ਅੱਜ ਦੇ ਲੈਕਚਰ ਦਾ ਸਾਡਾ ਟੌਪਿਕ ਹੈ ਮੁਗਲ ਸਾਮਰਾਜ ਦੇ ਪਤਨ ਦੇ ਕਾਰਨ। ਮੁਗਲ ਸਾਮਰਾਜ ਦੇ ਪਤਨ ਦੇ ਲਈ ਆਮ ਤੌਰ 'ਤੇ ਔਰੰਗਜ਼ੇਬ ਦੇ ਉੱਤਰਾਧਿਕਾਰੀਆਂ ਨੂੰ ਜਾਂ ਉਹਨਾਂ ਦੇ ਸਮੇਂ ਵਾਪਰੀਆਂ ਘਟਨਾਵਾਂ ਨੂੰ ਜ਼ਿੰਮੇਵਾਰ ਸਮਝਿਆ ਜਾਂਦਾ ਹੈ, ਪਰ ਉਹਨਾਂ ਤੋਂ ਵੀ ਬਹੁਤ ਪਹਿਲਾਂ ਸਾਮਰਾਜ ਦੇ ਵਿੱਚ ਕੁਝ ਅੰਦਰੂਨੀ ਤਰੁੱਟੀਆਂ ਪਾਈਆਂ ਜਾਂਦੀਆਂ ਸਨ ਜੋ ਇਸ ਦੇ ਪਤਨ ਦੇ ਅਸਲ ਮੌਲਿਕ ਕਾਰਨ ਸਮਝੇ ਜਾਂਦੇ ਨੇ। ਮੁਗਲ ਸਾਮਰਾਜ ਦੇ ਪਤਨ ਦੇ ਕਾਰਨਾਂ ਨੂੰ 3 ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ। ਪਹਿਲਾ, ਮੁਗਲ ਸਾਮਰਾਜ ਦੀਆਂ ਅੰਦਰੂਨੀ ਕਮਜ਼ੋਰੀਆਂ ਜਾਂ ਮੌਲਿਕ ਕਾਰਨ। ਦੂਸਰਾ, ਔਰੰਗਜ਼ੇਬ ਦੀਆਂ ਮੂਰਖਤਾਪੂਰਨ ਨੀਤੀਆਂ ਤੇ ਕਾਰਜ। ਤੀਸਰਾ ਹੈ 1707 ਈਸਵੀ ਤੋਂ ਬਾਅਦ ਪਤਨ ਦੇ ਕਾਰਨ। ਅੱਜ ਅਸੀਂ ਇਸ ਲੈਕਚਰ ਦੇ ਵਿੱਚ ਕੇਵਲ ਮੁਗਲ ਸਾਮਰਾਜ ਦੀਆਂ ਅੰਦਰੂਨੀ ਕਮਜ਼ੋਰੀਆਂ ਜਾਂ ਮੌਲਿਕ ਕਾਰਨਾਂ ਦੇ ਬਾਰੇ ਹੀ ਗੱਲ ਕਰਾਂਗੇ। ਪ੍ਰੋਫੈਸਰ ਜਦੂਨਾਥ ਸਰਕਾਰ ਦੇ ਕਥਨ ਅਨੁਸਾਰ ਮੁਗਲ ਸਾਮਰਾਜ ਦੇ ਪਤਨ ਦੇ ਬੀਜ ਉਸ ਦੀ ਉਸਾਰੀ ਵੇਲੇ ਹੀ ਬੀਜੇ ਗਏ ਅਤੇ ਉਹ ਸਾਮਰਾਜ ਦੀਆਂ ਜੜ੍ਹਾਂ ਨੂੰ ਕਾਫੀ ਦੇਰ ਤੋਂ ਖੋਖਲਾ ਕਰ ਰਹੇ ਸਨ। ਪਹਿਲਾ ਪੁਆਇੰਟ ਹੈ ਮੁਗਲਾਂ ਦਾ ਤਾਨਾਸ਼ਾਹੀ ਰਾਜ ਅਤੇ ਪਿਤਰੀ ਪ੍ਰਣਾਲੀ। ਮੁਗਲ ਸਮਰਾਟਾਂ ਦਾ ਰਾਜ ਤਾਨਾਸ਼ਾਹੀ ਰਾਜ ਸੀ। ਸਾਮਰਾਜ ਦੀਆਂ ਸਾਰੀਆਂ ਸ਼ਕਤੀਆਂ ਸਮਰਾਟ ਦੇ ਆਪਣੇ ਹੱਥਾਂ ਵਿੱਚ ਹੁੰਦੀਆਂ ਸਨ। ਉਸ ਦਾ ਸ਼ਬਦ ਹੀ ਕਾਨੂੰਨ ਹੁੰਦਾ ਸੀ। ਉਹ ਆਪ ਕਾਨੂੰਨ ਨੂੰ ਸੈਨਿਕ ਸ਼ਕਤੀ ਦੇ ਆਧਾਰ 'ਤੇ ਲਾਗੂ ਕਰਵਾਉਂਦਾ ਸੀ। ਕਾਨੂੰਨ ਨੂੰ ਭੰਗ ਕਰਨ ਵਾਲਿਆਂ ਨੂੰ ਸਜ਼ਾਵਾਂ ਦਿੰਦਾ ਸੀ। ਸੈਨਾ ਦਾ ਵੀ ਸਭ ਤੋਂ ਵੱਡਾ ਮੁਖੀ ਉਹ ਆਪ ਹੀ ਹੁੰਦਾ ਸੀ। ਰਾਜ ਪ੍ਰਬੰਧ ਦੇ ਕੰਮਾਂ ਦੇ ਵਿੱਚ ਬੇਸ਼ੱਕ ਸਮਰਾਟ ਦੀ ਸਹਾਇਤਾ ਲਈ ਮੰਤਰੀ ਤੇ ਅਧਿਕਾਰੀ ਹੁੰਦੇ ਸਨ, ਪਰ ਉਹ ਸਾਰੇ ਸਮਰਾਟ ਦੇ ਅਧੀਨ ਹੁੰਦੇ ਸਨ। ਅਜਿਹਾ ਤਾਨਾਸ਼ਾਹੀ ਰਾਜ ਸਥਾਈ ਨਹੀਂ ਹੋ ਸਕਦਾ ਸੀ, ਕਿਉਂਕਿ ਇਸ ਦੀ ਸਥਿਰਤਾ ਸਮਰਾਟ ਦੇ ਵਿਅਕਤੀਗਤ ਗੁਣਾਂ ਦੇ ਉੱਤੇ ਨਿਰਭਰ ਕਰਦੀ ਸੀ। ਜਦੋਂ ਤੱਕ ਤਾਂ ਸਾਮਰਾਜ ਦੀ ਵਾਗਡੋਰ ਯੋਗ ਸਮਰਾਟਾਂ ਦੇ ਹੱਥਾਂ ਦੇ ਵਿੱਚ ਰਹੀ, ਤਦ ਤੱਕ ਸਾਮਰਾਜ ਸੁਰੱਖਿਅਤ ਰਿਹਾ। ਪਰ ਜਦੋਂ ਬਾਅਦ ਵਿੱਚ ਦੁਰਬਲ ਸਮਰਾਟਾਂ ਦੇ ਅਧੀਨ ਆਇਆ ਤਾਂ ਇਸ ਦਾ ਪਤਨ ਹੋਣਾ ਸੁਭਾਵਿਕ ਸੀ। ਇਸ ਤੋਂ ਇਲਾਵਾ ਮੁਗਲ ਖਾਨਦਾਨ ਦੇ ਵਿੱਚ ਪਿਤਰੀ ਪ੍ਰਣਾਲੀ ਪ੍ਰਚਲਿਤ ਸੀ। ਇਸ ਦੇ ਅਨੁਸਾਰ ਇੱਕ ਸਮਰਾਟ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਰਾਜਗੱਦੀ ਉੱਤੇ ਬੈਠਦਾ ਸੀ। ਪਿਤਰੀ ਪ੍ਰਣਾਲੀ ਤੋਂ ਸਦਾ ਲਈ ਯੋਗ ਸ਼ਾਸਕਾਂ ਦੀ ਆਸ ਨਹੀਂ ਕੀਤੀ ਜਾ ਸਕਦੀ ਸੀ। ਔਰੰਗਜ਼ੇਬ ਤੋਂ ਬਾਅਦ ਦੇ ਸਮਰਾਟ ਤਾਂ ਜ਼ਿਆਦਾਤਰ ਅਯੋਗ ਹੀ ਸਨ, ਪਰ ਅਯੋਗ ਹੁੰਦੇ ਹੋਏ ਵੀ ਉਹਨਾਂ ਦਾ ਪਿਤਰੀ ਪ੍ਰਣਾਲੀ ਅਨੁਸਾਰ ਰਾਜਗੱਦੀ ਉੱਤੇ ਵਾਸਤਵਿਕ ਅਧਿਕਾਰ ਸੀ। ਸਪਸ਼ਟ ਹੈ ਕਿ ਇਹ ਦੋਸ਼ਪੂਰਨ ਪ੍ਰਣਾਲੀ ਅੰਤ ਵਿੱਚ ਸਾਮਰਾਜ ਦੇ ਪਤਨ ਦਾ ਇੱਕ ਮੌਲਿਕ ਕਾਰਨ ਸਿੱਧ ਹੋਈ। ਦੂਸਰਾ ਪੁਆਇੰਟ ਹੈ ਉੱਤਰਾਧਿਕਾਰ ਸੰਬੰਧੀ ਲੜਾਈ ਝਗੜੇ। ਮੁਗਲ ਖਾਨਦਾਨ ਵਿੱਚ ਉੱਤਰਾਧਿਕਾਰ ਸੰਬੰਧੀ ਕੋਈ ਨਿਸ਼ਚਿਤ ਨਿਯਮ ਨਹੀਂ ਸਨ। ਸ਼ਾਹੀ ਵੰਸ਼ ਦਾ ਹਰੇਕ ਰਾਜਕੁਮਾਰ ਆਪਣੇ ਆਪ ਨੂੰ ਰਾਜਗੱਦੀ ਦਾ ਅਧਿਕਾਰੀ ਸਮਝਦਾ ਸੀ। ਇਸ ਲਈ ਮੁਗਲ ਸਮਰਾਟ ਦੀ ਮੌਤ ਪਿੱਛੋਂ ਅਤੇ ਕਈ ਵਾਰੀ ਉਸ ਦੇ ਜਿਉਂਦਿਆਂ ਹੀ ਉਸ ਦੇ ਪੁੱਤਰਾਂ ਦੇ ਵਿੱਚ ਰਾਜਗੱਦੀ ਲਈ ਝਗੜੇ ਹੁੰਦੇ ਸਨ। ਮੁਗਲ ਕਾਲ ਵਿੱਚ ਪਿਤਾ, ਪੁੱਤਰ ਤੇ ਭਰਾ ਆਮ ਤੌਰ 'ਤੇ ਇੱਕ ਦੂਜੇ ਦੇ ਬੈਰੀ ਹੁੰਦੇ ਸਨ ਅਤੇ ਉਹਨਾਂ ਦਾ ਇਹ ਵਿਸ਼ਵਾਸ ਹੁੰਦਾ ਸੀ ਕਿ ਰਾਜਗੱਦੀ ਲਈ ਕੋਈ ਰਿਸ਼ਤੇਦਾਰੀ ਨਹੀਂ ਹੈ। ਉਹ ਰਾਜਗੱਦੀ ਦੀ ਪ੍ਰਾਪਤੀ ਦੇ ਲਈ ਬੜੇ ਉਤਸ਼ਾਹ ਨਾਲ ਲੜਦੇ ਸਨ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਸੀ
कि जे तख्त ना मिलिया ਤਾਂ ਤਖਤਾ ਮਿਲੇਗਾ। ਤਖਤ ਮਤਲਬ ਰਾਜਗੱਦੀ ਤੋਂ, ਤਖਤਾ ਮਤਲਬ ਮੌਤ ਤੋਂ ਸੀ। ਲਗਭਗ ਹਰੇਕ ਮੁਗਲ ਸਮਰਾਟ ਦੇ ਰਾਜਕਾਲ ਦੇ ਵਿੱਚ ਰਾਜਗੱਦੀ ਦੇ ਲਈ ਕੋਈ ਨਾ ਕੋਈ ਬਗਾਵਤ ਜਾਂ ਯੁੱਧ ਜ਼ਰੂਰ ਹੋਇਆ ਸੀ। ਤੀਸਰਾ, ਮੁਗਲਾਂ ਦਾ ਰਾਜ ਇੱਕ ਪੁਲਿਸ ਰਾਜ। ਡਾਕਟਰ A.L. ਸ੍ਰੀਵਾਸਤਵ ਅਨੁਸਾਰ ਮੁਗਲ ਸਾਮਰਾਜ ਦੇ ਪਤਨ ਦਾ ਇੱਕ ਮੁੱਖ ਕਾਰਨ ਇਹ ਸੀ ਕਿ ਮੁਗਲਾਂ ਦਾ ਰਾਜ ਇੱਕ ਪੁਲਿਸ ਰਾਜ ਸੀ। ਮੁਗਲ ਬਾਦਸ਼ਾਹਾਂ ਨੇ ਸੈਨਾ ਦੀ ਸ਼ਕਤੀ ਦੇ ਆਧਾਰ 'ਤੇ ਸਾਮਰਾਜ ਦੀ ਨੀਂਹ ਰੱਖੀ ਸੀ। ਸੈਨਾ ਦੀ ਸਹਾਇਤਾ ਨਾਲ ਹੀ ਇਸ ਨੂੰ ਕਾਇਮ ਰੱਖਣ ਦੇ ਯਤਨ ਕੀਤੇ ਸਨ। ਹੁਣ ਪ੍ਰੋਫੈਸਰ ਜਦੂਨਾਥ ਸਰਕਾਰ ਦੇ ਕਥਨ ਅਨੁਸਾਰ ਉਹਨਾਂ ਨੇ ਜਨਤਾ ਨੂੰ ਮਾਨਵ ਰੂਪੀ ਭੇਡਾਂ ਤੋਂ ਚੰਗੇਰਾ ਨਾ ਸਮਝਿਆ। ਅਕਬਰ ਤੋਂ ਬਿਨਾਂ ਦੂਜੇ ਮੁਗਲ ਸਮਰਾਟਾਂ ਨੇ ਨਾ ਤਾਂ ਪ੍ਰਜਾ ਦੀ ਭਲਾਈ ਵੱਲ ਕੋਈ ਧਿਆਨ ਦਿੱਤਾ ਅਤੇ ਨਾ ਹੀ ਹਿੰਦੂਆਂ ਨੂੰ ਪੂਰੀ ਧਾਰਮਿਕ ਆਜ਼ਾਦੀ ਦਿੱਤੀ। ਉਹ ਇਸ ਗੱਲ ਨੂੰ ਨਹੀਂ ਸਮਝ ਸਕੇ ਕਿ ਸਾਮਰਾਜ ਦੀ ਸਥਿਰਤਾ ਪ੍ਰਜਾ ਦੀ ਖੁਸ਼ਹਾਲੀ ਅਤੇ ਸੁੱਖ ਉੱਤੇ ਨਿਰਭਰ ਹੁੰਦੀ ਹੈ। ਸਿੱਟਾ ਇਹ ਨਿਕਲਿਆ ਕਿ ਮੁਗਲ ਹਾਕਮਾਂ ਨੂੰ ਸੰਕਟ ਦੇ ਸਮੇਂ ਪ੍ਰਜਾ ਦਾ ਸਹਿਯੋਗ ਪ੍ਰਾਪਤ ਨਾ ਹੋਇਆ। ਪ੍ਰਜਾ ਦੇ ਸਹਿਯੋਗ ਦੀ ਘਾਟ ਕਾਰਨ ਸਾਮਰਾਜ ਨੂੰ ਬਾਅਦ ਵਿੱਚ ਕਾਇਮ ਰੱਖਣਾ ਅਸੰਭਵ ਹੋ ਗਿਆ। ਚੌਥਾ ਹੈ ਮੁਗਲ ਸਰਦਾਰਾਂ ਦੀ ਇਖਲਾਕੀ ਗਿਰਾਵਟ। ਅਕਬਰ, ਜਹਾਂਗੀਰ, ਸ਼ਾਹਜਹਾਂ ਇਹਨਾਂ ਦੇ ਸਮੇਂ ਬੈਰਮ ਖਾਂ, ਮੁਨੀਮ ਖਾਂ, ਮੁਜ਼ੱਫਰ ਖਾਂ, ਮੁਹਾਵਤ ਖਾਂ, ਆਸਫ ਖਾਂ ਇਹਨਾਂ ਸਰਦਾਰਾਂ ਨੇ ਮੁਗਲ ਸਾਮਰਾਜ ਦੀ ਸ਼ਕਤੀ ਅਤੇ ਗੌਰਵ ਵਧਾਉਣ ਵਿੱਚ ਮਹੱਤਵਪੂਰਨ ਹਿੱਸਾ ਪਾਇਆ ਸੀ। ਪਰੰਤੂ ਔਰੰਗਜ਼ੇਬ ਅਤੇ ਉਸ ਤੋਂ ਬਾਅਦ ਦੇ ਮੁਗਲ ਬਾਦਸ਼ਾਹਾਂ ਦੇ ਸਮੇਂ ਵਿੱਚ ਮੁਗਲ ਸਰਦਾਰਾਂ ਵਿੱਚ ਇਖਲਾਕੀ ਗਿਰਾਵਟ ਆ ਗਈ ਸੀ। ਧਨ ਦੌਲਤ ਅਤੇ ਆਰਾਮ ਨੇ ਉਹਨਾਂ ਨੂੰ ਐਸ਼ ਪ੍ਰਸਤ ਬਣਾ ਦਿੱਤਾ ਸੀ। ਜਿਵੇਂ ਪ੍ਰੋਫੈਸਰ ਜਦੂਨਾਥ ਸਰਕਾਰ ਲਿਖਦੇ ਨੇ, ਉਹ ਲਿਖਦੇ ਨੇ, ਕਹਿੰਦੇ ਜੇ ਕਿਸੇ ਸਰਦਾਰ ਦੀਆਂ ਸਫਲਤਾਵਾਂ 3 ਸਫ਼ਿਆਂ ਵਿੱਚ ਦੱਸੀਆਂ ਜਾਂਦੀਆਂ ਸਨ ਤਾਂ ਉਸ ਦੇ ਪੁੱਤਰ ਦੀਆਂ ਮੁਸ਼ਕਲ ਨਾਲ 1 ਸਫ਼ਾ ਲੈਂਦੀਆਂ ਸਨ ਅਤੇ ਉਸ ਦੇ ਪੋਤਰੇ ਬਾਰੇ ਸਿਰਫ ਕੁਝ ਇਸ ਤਰ੍ਹਾਂ ਦੀਆਂ ਸਾਤਰਾਂ ਲਿਖ ਕੇ ਭੋਗ ਪਾ ਦਿੱਤਾ ਜਾਂਦਾ ਸੀ। ਉਸ ਨੇ ਕੁਝ ਵੀ ਵਰਣਨ ਯੋਗ ਕੰਮ ਨਹੀਂ ਕੀਤਾ। ਮੁਗਲ ਸਰਦਾਰਾਂ ਦੀ ਵੀਰਤਾ ਅਤੇ ਯੋਗਤਾ ਮੁਗਲ ਸਾਮਰਾਜ ਦੀ ਉਸਾਰੀ ਦਾ ਨਿਰਸੰਦੇਹ ਇੱਕ ਵੱਡਾ ਕਾਰਨ ਸੀ। ਬਾਅਦ ਦੇ ਮੁਗਲ ਸਰਦਾਰਾਂ ਵਿੱਚ ਆਈ ਇਖਲਾਕੀ ਗਿਰਾਵਟ ਵੀ ਸਾਮਰਾਜ ਦੇ ਪਤਨ ਦਾ ਇੱਕ ਵੱਡਾ ਕਾਰਨ ਸਾਬਤ ਹੋਈ। ਪੰਜਵਾਂ ਹੈ ਮੁਗਲ ਸੈਨਾ ਦੀਆਂ ਊਣਤਾਈਆਂ। ਅਕਬਰ ਨੇ ਮਨਸਬਦਾਰੀ ਪ੍ਰਣਾਲੀ ਅਨੁਸਾਰ ਮੁਗਲ ਸੈਨਾ ਦਾ ਸੰਗਠਨ ਕੀਤਾ ਸੀ। ਇਹ ਪ੍ਰਣਾਲੀ ਮੌਲਿਕ ਰੂਪ ਦੇ ਵਿੱਚ ਦੋਸ਼ਪੂਰਨ ਮੰਨੀ ਜਾਂਦੀ ਹੈ। ਇੱਕ ਤਾਂ ਇਸ ਕਰਕੇ ਕਿ ਸਮਰਾਟ ਦਾ ਇੱਕ ਆਮ ਸੈਨਿਕ ਨਾਲ ਕੋਈ ਸੰਬੰਧ ਨਹੀਂ ਹੁੰਦਾ ਸੀ। ਇੱਕ ਆਮ ਸੈਨਿਕ ਆਪਣੇ ਆਪਣੇ ਮਨਸਬਦਾਰਾਂ ਨੂੰ ਹੀ ਆਪਣੇ ਮਾਲਕ ਸਮਝਦੇ ਸਨ। ਦੂਸਰਾ, ਮਨਸਬਦਾਰਾਂ ਦੇ ਸੈਨਿਕ ਇੱਕ ਦੂਜੇ ਨਾਲ ਮਿਲ ਕੇ ਕੁਸ਼ਲਤਾਪੂਰਵਕ ਯੁੱਧ ਨਹੀਂ ਲੜ ਸਕਦੇ ਸਨ। ਅਕਬਰ ਨੇ ਜੇ ਦੇਖਿਆ ਜਾਵੇ ਇਹਨਾਂ ਦੋਸ਼ਾਂ ਦੇ ਬਾਵਜੂਦ ਮੁਗਲ ਸੈਨਾ ਨੂੰ ਮਜ਼ਬੂਤ ਬਣਾ ਕੇ ਕੰਟਰੋਲ ਵਿੱਚ ਰੱਖਿਆ ਸੀ। ਪਰੰਤੂ ਉਸ ਤੋਂ ਬਾਅਦ ਮਨਸਬਦਾਰਾਂ ਦੀ ਸ਼ਕਤੀ ਵੱਧਦੀ ਗਈ, ਸਾਮਰਾਜ ਦੀ ਸੈਨਾ ਕਮਜ਼ੋਰ ਹੋ ਗਈ। ਮਨਸਬਦਾਰ ਸਰਕਾਰ ਨੂੰ ਧੋਖਾ ਦੇਣ ਲੱਗੇ। ਉਹ ਨਿਸ਼ਚਿਤ ਸੰਖਿਆ ਦੇ ਵਿੱਚ ਆਪਣੇ ਕੋਲ ਘੋੜਸਵਾਰ ਨਹੀਂ ਰੱਖਦੇ ਸਨ। ਜਹਾਂਗੀਰ,
ਸ਼ਾਹਜਹਾਂ ਔਰੰਗਜ਼ੇਬ ਦੇ ਸਮੇਂ ਕਈ ਮਨਸਬਦਾਰਾਂ ਨੇ ਸਮਰਾਟਾਂ ਵਿਰੁੱਧ ਵਿਦਰੋਹ ਵੀ ਕੀਤੇ ਸਨ। ਇਸ ਤੋਂ ਇਲਾਵਾ ਮੁਗਲ ਸੈਨਾ ਵਿੱਚ ਇੱਕ ਵੱਡਾ ਦੋਸ਼ ਇਹ ਵੀ ਆ ਗਿਆ ਸੀ ਕਿ ਮਨਸਬਦਾਰਾਂ ਅਤੇ ਸਰਦਾਰਾਂ ਨੇ ਆਪਣੇ ਪਰਿਵਾਰਾਂ ਸਮੇਤ ਯੁੱਧ ਖੇਤਰ ਵਿੱਚ ਕੂਚ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਨਾਲ ਉਹਨਾਂ ਨੂੰ ਲੜਨ ਵਿੱਚ ਕਈ ਔਕੜਾਂ ਆਉਣ ਲੱਗੀਆਂ ਸਨ। 6ਵਾਂ ਹੈ ਮੁਗਲ ਦਰਬਾਰ ਵਿੱਚ ਧੜੇਬਾਜ਼ੀ। ਮੁਗਲ ਦਰਬਾਰ ਵਿੱਚ ਵੱਖ-ਵੱਖ ਨਸਲਾਂ ਦੇ ਸਰਦਾਰ ਸਨ, ਜਿਵੇਂ ਮੰਗੋਲ, ਤੁਰਕ, ਉਜ਼ਬੇਕ, ਈਰਾਨੀ, ਅਫਗਾਨ ਤੇ ਰਾਜਪੂਤ। ਇੱਕ ਜਾਤੀ ਜਾਂ ਇੱਕ ਫਿਰਕੇ ਦੇ ਸਰਦਾਰ ਅਕਸਰ ਦੂਜੀ ਜਾਤੀ ਜਾਂ ਫਿਰਕੇ ਦੇ ਸਰਦਾਰਾਂ ਵਿਰੁੱਧ ਸਾਜ਼ਿਸ਼ਾਂ ਕਰਦੇ ਰਹਿੰਦੇ ਸਨ। ਇਸ ਤਰ੍ਹਾਂ ਮੁਗਲ ਦਰਬਾਰ ਧੜੇਬਾਜ਼ੀ ਤੇ ਸਾਜ਼ਿਸ਼ਾਂ ਦਾ ਅਖਾੜਾ ਬਣ ਗਿਆ। ਕਈ ਧੜਿਆਂ ਦੇ ਸਰਦਾਰ ਆਪਣੇ ਵਿਰੋਧੀ ਧੜਿਆਂ ਦੀ ਸ਼ਕਤੀ ਨੂੰ ਕੁਚਲਣ ਲਈ ਵਿਦੇਸ਼ੀ ਹਮਲਾਵਰਾਂ ਨਾਲ ਗੱਠਜੋੜ ਕਰਨ ਲੱਗੇ। ਇਸ ਤਰ੍ਹਾਂ ਮੁਗਲ ਦਰਬਾਰ ਦੀ ਧੜੇਬਾਜ਼ੀ ਸਾਮਰਾਜ ਦੀ ਕਮਜ਼ੋਰੀ ਤੇ ਪਤਨ ਦਾ ਕਾਰਨ ਬਣੀ। ਅਗਲਾ ਹੈ ਆਰਥਿਕ ਦੁਰਦਸ਼ਾ। ਅਕਬਰ ਨੇ ਰਾਜ ਪ੍ਰਬੰਧ ਵਿੱਚ ਵਿੱਤ ਦੀ ਮਹੱਤਤਾ ਨੂੰ ਸਮਝਦੇ ਹੋਏ ਆਪਣੇ ਯੋਗ ਮੰਤਰੀ ਟੋਡਰਮੱਲ ਦੀ ਸਹਾਇਤਾ ਨਾਲ ਬਹੁਤ ਕੁਸ਼ਲ ਵਿੱਤ ਪ੍ਰਬੰਧ ਸਥਾਪਿਤ ਕੀਤਾ ਸੀ। ਇਸ ਦੇ ਸਿੱਟੇ ਵਜੋਂ ਸਰਕਾਰ ਦੀ ਮਾਲੀ ਹਾਲਤ ਬਹੁਤ ਵਧੀਆ ਹੋ ਗਈ ਸੀ ਅਤੇ ਕਿਸਾਨ ਵੀ ਖੁਸ਼ਹਾਲ ਹੋ ਗਏ ਸਨ। ਪਰੰਤੂ ਅਕਬਰ ਦੇ ਉੱਤਰਾਧਿਕਾਰੀਆਂ ਨੇ ਵਿੱਤ ਪ੍ਰਬੰਧ ਵੱਲ ਕੋਈ ਖਾਸ ਧਿਆਨ ਨਹੀਂ ਦਿੱਤਾ। ਉਹਨਾਂ ਦੇ ਸਮੇਂ ਵਿੱਚ ਪੈਦਾਵਾਰ ਘਟ ਗਈ, ਭੂਮੀ ਲਗਾਨ ਵਧਾ ਦਿੱਤਾ ਗਿਆ, ਕਿਸਾਨਾਂ ਉੱਤੇ ਜ਼ੁਲਮ ਕੀਤੇ ਗਏ, ਉਹਨਾਂ ਦੀ ਹਾਲਤ ਵਿਗੜ ਗਈ। ਔਰੰਗਜ਼ੇਬ ਨੇ ਉੱਤਰ ਪੱਛਮੀ ਸਰਹੱਦ ਸੰਬੰਧੀ ਯੁੱਧਾਂ, ਦੱਖਣ ਦੀਆਂ ਲੰਮੀਆਂ ਲੜਾਈਆਂ ਦੇ ਉੱਤੇ ਇੰਨਾ ਧਨ ਖਰਚ ਕਰ ਦਿੱਤਾ ਕਿ ਉਸ ਕੋਲ ਸੈਨਿਕਾਂ ਨੂੰ ਤਨਖਾਹਾਂ ਦੇਣ ਲਈ ਵੀ ਪੈਸਾ ਨਾ ਰਿਹਾ। ਔਰੰਗਜ਼ੇਬ ਤੋਂ ਪਿੱਛੋਂ ਦੇ ਮੁਗਲ ਸਮਰਾਟਾਂ ਨੂੰ ਤਾਂ ਭਾਰੀ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪਿਆ। ਇਸ ਕਰਕੇ ਵਿੱਤ ਵਿਵਸਥਾ ਵਿਗੜਨ ਦੇ ਕਰਕੇ ਰਾਜ ਚਲਾਉਣਾ ਮੁਸ਼ਕਿਲ ਹੋ ਗਿਆ। ਜਲ ਸੈਨਾ ਪ੍ਰਤੀ ਬੇਪਰਵਾਹੀ। ਮੁਗਲ ਸਮਰਾਟਾਂ ਨੇ ਜਲ ਸੈਨਾ ਨੂੰ ਕੋਈ ਮਹੱਤਵ ਨਾ ਦਿੰਦੇ ਹੋਏ ਇਸ ਦੇ ਸੰਗਠਨ ਵੱਲ ਕੋਈ ਧਿਆਨ ਨਹੀਂ ਦਿੱਤਾ ਸੀ। ਜਿਵੇਂ ਐਡਵਰਡਜ਼ ਅਤੇ ਗੈਰਟ ਲਿਖਦੇ ਨੇ, ਕਹਿੰਦੇ ਜੇ ਮੁਗਲ ਬਾਦਸ਼ਾਹਾਂ ਕੋਲ ਸ਼ਕਤੀਸ਼ਾਲੀ ਜਲ ਸੈਨਾ ਹੁੰਦੀ ਤਾਂ ਸੰਭਵ ਸੀ ਕਿ ਯੂਰਪੀਅਨਾਂ ਨੂੰ ਭਾਰਤ ਵਿੱਚ ਆਉਣ ਤੋਂ ਰੋਕ ਲੈਂਦੇ, ਮਰਾਠਿਆਂ ਦੀ ਸ਼ਕਤੀ ਨੂੰ ਕੁਚਲ ਦਿੰਦੇ ਅਤੇ ਆਪਣੇ ਆਪ ਨੂੰ ਨਸ਼ਟ ਹੋਣ ਤੋਂ ਬਚਾ ਲੈਂਦੇ। ਇਹ ਸੀ ਮੁਗਲ ਸਾਮਰਾਜ ਦੀਆਂ ਅੰਦਰੂਨੀ ਕਮਜ਼ੋਰੀਆਂ ਜਾਂ ਮੌਲਿਕ ਕਾਰਨ। ਧੰਨਵਾਦ।